ਤੇ ਜੇ ਕੋਈ ਐਸਾ ਸਾਧਨ ਹੋਵੇ ਕਿ ਬੰਦਾ ਜਿਸ ਪਾਸੇ ਚਾਹੇ ਉਹਨੂੰ ਮੋੜ ਨਾ ਸਕੇ, ਜਿਸ ਪਾਸੇ ਵੱਲ ਮੋੜਨਾ ਉਸ ਪਾਸੇ ਵੱਲ ਉਹ ਮੁੜੇ ਨਾ, ਜਦੋਂ ਉਹਨੂੰ ਰੋਕਣਾ ਹੈ ਤੇ ਉਦੋਂ ਉਹ ਰੁਕੇ ਨਾ, ਤੇ ਐਸਾ ਜਿਹੜਾ ਸਾਧਨ ਹੈ ਉਹ ਬੰਦੇ ਦੇ ਕਿਸੇ ਕੰਮ ਦਾ ਨਹੀਂ, ਉਹ ਇਹਨੂੰ ਇਹਦੀ ਮੰਜ਼ਿਲ ਤੇ ਨਹੀਂ ਲਿਜਾ ਸਕਦਾ। ਜੇ ਕੋਈ ਘੋੜਾ ਹੈ ਤੇ ਲਗਾਮ ਉਹਦੇ ਪਾਈ ਹੈ ਤੇ ਉਹ ਜਿਸ ਪਾਸੇ ਵੱਲ ਮੋੜਨਾ ਹੈ, ਜਿਹੜੇ ਪਾਸੇ ਵੱਲ ਘਰ ਹੈ, ਜੇ ਉਸ ਪਾਸੇ ਵੱਲ ਮੁੜਦਾ ਹੀ ਨਹੀਂ ਤੇ ਫਿਰ ਉਹ ਘੋੜਾ ਬੰਦੇ ਦੇ ਕਾਹਦੇ ਕੰਮ ਦਾ ਹੈ। ਇਸੇ ਤਰ੍ਹਾਂ ਦੀ ਜਿਹੜੀ ਹਾਲਤ ਹੈ ਇਹ ਸਾਡੇ ਮਨ ਦੀ ਹੈ। ਕਾਰਾਂ ਦੀ, ਰੇਲਾਂ ਦੀ, ਜਹਾਜ਼ਾਂ ਦੀ ਸਪੀਡ ਭਾਵੇਂ ਬੰਦੇ ਨੇ ਜਿੰਨੀ ਮਰਜ਼ੀ ਬਣਾ ਲਈ ਹੈ, ਕਈ ਦਿਨਾਂ ਦਾ ਸਫ਼ਰ ਜਿਹੜਾ ਹੈ ਕੁਝ ਘੰਟਿਆਂ ਦੇ ਵਿੱਚ ਤੈਅ ਕਰ ਲੈਂਦਾ ਹੈ, ਪਰ ਗੁਰਬਾਣੀ ਇਹ ਕਹਿੰਦੀ ਹੈ ਕਿ ਸਭ ਤੋਂ ਵੱਧ ਜਿਹੜੀ ਸਪੀਡ ਹੈ ਇਹ ਬੰਦੇ ਦੇ ਮਨ ਦੀ ਹੈ। ਤੇ ਇਹ ਇੰਨੀ ਸਪੀਡ ਹੈ ਇਸ ਮਨ ਦੀ ਕਿ ਨਿਮਖ ਮਾਹੀ 4 ਕੁੰਟ ਫਿਰ ਆਵੇ। ਇੰਨੀ ਜ਼ਿਆਦਾ ਇਹਦੀ ਰਫ਼ਤਾਰ ਹੈ, ਇੰਨੀ ਜ਼ਿਆਦਾ ਇਹਦੀ ਸਪੀਡ ਹੈ ਕਿ ਇੱਕ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਇਹ ਚਾਰੇ ਦਿਸ਼ਾਵਾਂ ਦਾ ਭ੍ਰਮਣ ਕਰਕੇ ਆ ਸਕਦਾ ਹੈ। ਇੰਨਾ ਜ਼ਿਆਦਾ ਇਹ ਮਨ ਤੇਜ਼ ਦੌੜਦਾ ਹੈ ਤੇ ਇੰਨਾ ਦੌੜਦਾ ਹੈ ਕਿ ਇਹ ਦੌੜਦਾ ਹੀ ਰਹਿੰਦਾ ਹੈ। ਇਸ ਮਨ ਦੇ ਕੋਈ ਬ੍ਰੇਕ ਨਹੀਂ, ਇਹ ਮਨ ਨੂੰ ਰੋਕਣ ਦਾ ਕੋਈ ਤਰੀਕਾ ਸਾਡੇ ਕੋਲ ਨਹੀਂ। ਮਨ ਇਸੇ ਤਰ੍ਹਾਂ ਦੌੜਦਾ ਹੀ ਰਹਿੰਦਾ ਹੈ, ਦੌੜਦਾ ਹੀ ਰਹਿੰਦਾ ਹੈ। ਨਾ ਸਾਡੇ ਕੋਲ ਇਹਦਾ ਕੋਈ ਬ੍ਰੇਕ ਹੈ, ਨਾ ਸਾਡੇ ਕੋਲ ਇਹਦਾ ਕੋਈ ਸਟੀਅਰਿੰਗ ਹੈ। ਇਹ ਆਪਣੀ ਮਰਜ਼ੀ ਦੇ ਨਾਲ ਸਰਪਟ ਦੌੜਦਾ ਹੈ ਤੇ ਜਿਹੜੇ ਪਾਸੇ ਇਹਦੀ ਰੁਚੀ ਹੈ ਉਸੇ ਪਾਸੇ ਵੱਲ ਇਹ ਦੌੜਦਾ ਹੈ। ਤੇ ਜੇ ਆਵਾਜਾਈ ਦਾ ਸਾਧਨ ਜਿਹਨੂੰ ਅਸੀਂ ਕਿਸੇ ਪਾਸੇ ਮੋੜ ਨਹੀਂ ਸਕਦੇ, ਜਿਹਨੂੰ ਅਸੀਂ ਰੋਕ ਨਹੀਂ ਸਕਦੇ, ਜੇ ਉਹ ਆਵਾਜਾਈ ਦਾ ਸਾਧਨ ਸਾਡੇ ਕਿਸੇ ਕੰਮ ਦਾ ਨਹੀਂ ਹੈ, ਤੇ ਇਸੇ ਤਰ੍ਹਾਂ ਜੇ ਇਹ ਮਨ, ਇਹਨੂੰ ਅਸੀਂ ਜਿਸ ਪਾਸੇ ਮੋੜਨਾ ਹੈ ਮੋੜ ਨਹੀਂ ਸਕਦੇ, ਜਿਸ ਪਾਸੇ ਉਹ ਰੋਕਣਾ ਇਹਨੂੰ ਅਸੀਂ ਰੋਕ ਨਹੀਂ ਸਕਦੇ, ਤੇ ਇਸੇ ਤਰ੍ਹਾਂ ਇਹ ਦੌੜਦਾ ਹੀ ਰਹਿੰਦਾ, ਦੌੜਦਾ ਹੀ ਰਹਿੰਦਾ, ਤੇ ਫਿਰ ਇਹ ਸਾਡੇ ਕਿਸੇ ਕੰਮ ਦਾ ਨਹੀਂ। ਫਿਰ ਇਹ ਮਨ ਸਾਡੇ ਕਿਸੇ ਕੰਮ ਨਹੀਂ ਆ ਸਕਦਾ। ਇਸੇ ਕਰਕੇ ਸਤਿਗੁਰੂ ਜੀ ਨੇ ਇੱਥੇ ਦ੍ਰਿਸ਼ਟਾਂਤ ਲਿਆ ਕਿ ਜਿਵੇਂ ਹਾਥੀ ਦੇ ਮੱਥੇ ਦੇ ਵਿੱਚ ਮਹਾਵਤ ਦੇ ਵੱਲੋਂ ਕੁੰਡਾ ਪਾਇਆ ਜਾਂਦਾ ਹੈ। ਹਾਥੀ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੈ, ਜਿੰਨਾ ਮਰਜ਼ੀ ਬਲਵਾਨ ਹੈ, ਪਰ ਇਹਨੂੰ ਕਾਬੂ ਦੇ ਵਿੱਚ ਕਰਨ ਦੇ ਵਾਸਤੇ, ਇਹਨੂੰ ਤੋੜਨ ਦੇ ਲਈ, ਇਹਨੂੰ ਰੋਕਣ ਦੇ ਲਈ, ਇਹਨੂੰ ਮੋੜਨ ਦੇ ਵਾਸਤੇ, ਆਪਣੀ ਮਰਜ਼ੀ ਦੇ ਨਾਲ ਉਹਦੇ ਵਾਸਤੇ ਫਿਰ ਉਹਦੇ ਮੱਥੇ ਦੇ ਵਿੱਚ ਕੁੰਡਾ ਪਾਇਆ ਜਾਂਦਾ ਹੈ। ਤੇ ਮਸਤਕ ਦੇ ਵਿੱਚ ਪਾਏ ਹੋਏ ਕੁੰਡੇ ਦੇ ਨਾਲ ਜਦੋਂ ਮਰਜ਼ੀ ਮਹਾਵਤ ਉਹਨੂੰ ਰੋਕ ਲੈਂਦਾ ਹੈ, ਜਦੋਂ ਮਰਜ਼ੀ ਉਹਨੂੰ ਤੋੜ ਲੈਂਦਾ ਹੈ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹ ਬੇਕਾਬੂ ਹੋ ਕੇ ਦੌੜ ਰਿਹਾ ਹੈ, ਤੇ ਦੌੜਦਾ ਤੇ 24 ਘੰਟੇ ਰਹਿੰਦਾ ਹੈ। ਜਾਗਦਿਆਂ ਫੁਰਨਿਆਂ ਦੇ ਰਾਹੀਂ ਦੌੜਦਾ ਹੈ ਤੇ ਸੁੱਤਿਆਂ ਸੁਪਨਿਆਂ ਦੇ ਰਾਹੀਂ ਦੌੜਦਾ ਹੈ। ਇਹਦੀ ਦੌੜ ਲਗਾਤਾਰ ਚੱਲਦੀ ਪਈ ਹੈ। ਸਤਿਗੁਰੂ ਜੀ ਕਹਿੰਦੇ ਜੇ ਮੰਜ਼ਲੇ ਮਕਸੂਦ ਹੋਣਾ ਹੈ, ਜੇ ਆਪਣੀ ਮੰਜ਼ਿਲ ਤੱਕ, ਜੀਵਨ ਦੀ ਮੰਜ਼ਿਲ ਤੱਕ ਆਪਣੀ ਤੱਕ ਪਹੁੰਚਣਾ ਹੈ, ਫਿਰ ਮਨ ਨੂੰ ਕਾਬੂ ਦੇ ਵਿੱਚ ਕਰਨਾ ਪਏਗਾ। ਇਹਨੂੰ ਰੋਕਣ ਦੇ ਵਾਸਤੇ ਬ੍ਰੇਕ ਵੀ ਚਾਹੀਦੇ ਨੇ, ਮੋੜਨ ਦੇ ਵਾਸਤੇ ਇਹਨੂੰ ਸਟੀਅਰਿੰਗ ਵੀ ਚਾਹੀਦਾ ਹੈ ਕਿ ਇਹ ਜਿਹੜਾ ਮਨ ਹੈ ਉਸ ਪਾਸੇ ਵੱਲ ਮੁੜੇ ਜਿਹੜੇ ਪਾਸੇ ਇਹਦੀ ਮੰਜ਼ਿਲ ਹੈ, ਜਿੱਥੇ ਅਸੀਂ ਜਾਣਾ ਹੈ। ਤੇ ਹਸਤੀ ਦੇ ਕੁੰਡੇ ਦੇ ਵਾਂਗ ਇਹ ਮਨ ਨੂੰ ਵੀ ਕੋਈ ਕੁੰਡਾ ਚਾਹੀਦਾ ਹੈ। ਹਸਤੀ ਸਿਰ ਜੋ ਅੰਕਸ ਹੈ। ਫਿਰ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਕਿ ਜਿਵੇਂ ਹਾਥੀ ਦੇ ਮੱਥੇ ਦੇ ਵਿੱਚ ਕੁੰਡਾ ਹੈ, ਇਸੇ ਤਰ੍ਹਾਂ ਤੇਰਾ ਜਿਹੜਾ ਮਨ ਰੂਪੀ ਹਾਥੀ ਹੈ ਇਹਦੇ ਮੱਥੇ ਦੇ ਵਿੱਚ ਵੀ ਇੱਕ ਕੁੰਡਾ ਤੈਨੂੰ ਪਾਉਣਾ ਪਏਗਾ। ਇਹ ਕੁੰਡਾ ਹੈ ਗੁਰੂ ਦੇ ਗਿਆਨ ਦਾ,
ਗੁਰੂ ਦੇ ਸ਼ਬਦ ਦਾ ਕੁੰਡਾ। ਕਿਉਂਕਿ ਜਿਵੇਂ ਭੱਟ ਚਾਂਦ ਜੀ ਨੇ ਇਹ ਬਚਨ ਕਿਹਾ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਇਹੋ ਮਨ ਹੋੜੀਐ। ਮਨ ਅੰਨੇ ਵਾਹ ਬੁਰਾਈਆਂ ਕਰਦਾ ਹੈ, ਮਨ ਅੰਨੇ ਵਾਹ ਪਾਪ ਕਮਾਉਂਦਾ ਹੈ, ਮਨ ਅੰਨੇ ਵਾਹ ਮਾੜੇ ਫੁਰਨੇ ਆਪਣੇ ਅੰਦਰ ਪੈਦਾ ਕਰਦਾ ਹੈ। ਤੇ ਇਸ ਪਾਸਿਓਂ ਇਸ ਮਨ ਨੂੰ ਬ੍ਰੇਕ ਲਾਉਣੀ ਹੈ, ਇਸ ਪਾਸਿਓਂ ਮਨ ਨੂੰ ਰੋਕਣਾ ਹੈ। ਤੇ ਇਹਦੇ ਵਾਸਤੇ ਕਹਿੰਦੇ ਫਿਰ ਇਹ ਬ੍ਰੇਕ ਹੈ ਸਤਿਗੁਰੂ ਦੇ ਸ਼ਬਦ ਦਾ ਕੁੰਡਾ। ਗੁਰ ਸ਼ਬਦੀ ਇਹ ਮਨ ਹੋੜੀ ਹੈ, ਇਹਨੂੰ ਗੁਰੂ ਦੇ ਸ਼ਬਦ ਦੇ ਨਾਲ ਰੋਕਣਾ ਹੈ, ਗੁਰੂ ਦੇ ਸ਼ਬਦ ਦੇ ਨਾਲ ਇਹਨੂੰ ਮੋੜਨਾ ਹੈ। ਇਹ ਇਸ ਮਨ ਦੇ ਵਾਸਤੇ ਇਹ ਜ਼ਰੂਰੀ ਹੈ। ਇਸੇ ਕਰਕੇ ਫਿਰ ਇਹ ਦ੍ਰਿਸ਼ਟਾਂਤ ਵਰਤਿਆ ਕਿ ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜਹ ਖਿੰਚੈ ਤਹ ਜਾਏ। ਕਹਿੰਦੇ ਮਨ ਹਾਥੀ ਹੈ, ਗੁਰੂ ਇਸ ਹਾਥੀ ਦਾ ਮਹਾਵਤ ਹੈ ਤੇ ਗੁਰੂ ਦੇ ਗਿਆਨ ਦਾ ਕੁੰਡਾ ਹੈ, ਗੁਰੂ ਦੇ ਸ਼ਬਦ ਦਾ ਕੁੰਡਾ ਹੈ। ਤੇ ਸਤਿਗੁਰੂ ਆਪਣੇ ਸ਼ਬਦ ਦੇ ਕੁੰਡੇ ਦੇ ਨਾਲ ਫਿਰ ਇਹ ਮਨ ਨੂੰ ਜਿਸ ਪਾਸੇ ਵੱਲ ਖਿੱਚੇਗਾ ਇਹ ਮਨ ਉਸੇ ਪਾਸੇ ਵੱਲ ਮੁੜੇਗਾ। ਇਹਦੇ ਵਾਸਤੇ ਸਤਿਗੁਰੂ ਦੇ ਸ਼ਬਦ ਦਾ ਕੁੰਡਾ ਜ਼ਰੂਰੀ ਹੈ। ਤੇ ਜੇ ਕਿਸੇ ਵੀ ਗੱਡੀ ਦਾ ਪੂਰੀ ਤੇਜ਼ ਉਹਦੇ ਦੌੜਦੀ ਦਾ ਉਹਦਾ ਬ੍ਰੇਕ ਕੰਮ ਕਰਨੋਂ ਹਟ ਜਾਏ, ਉਹਦਾ ਸਟੀਅਰਿੰਗ ਕੰਮ ਕਰਨਾ ਛੱਡ ਦੇਵੇ, ਤੇ ਫਿਰ ਉਹਦਾ ਰਿਜ਼ਲਟ ਕੀ ਹੋਏਗਾ? ਉਹ ਨੁਕਸਾਨ ਕਰੇਗੀ, ਉਹ ਬਰਬਾਦ ਕਰੇਗੀ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਇਹ ਮਨ ਨੂੰ ਗੁਰੂ ਰੂਪੀ ਮਹਾਵਤ ਦੇ ਸਪੁਰਦ ਨਾ ਕੀਤਾ, ਜੇ ਇਹਨੂੰ ਸਤਿਗੁਰੂ ਦੇ ਸ਼ਬਦ ਦਾ ਕੁੰਡਾ ਨਾ ਪਾਇਆ, ਸਤਿਗੁਰੂ ਦੇ ਸ਼ਬਦ ਦੀ ਇਹਨੂੰ ਬ੍ਰੇਕ ਨਾ ਲਾਈ, ਗੁਰੂ ਦੇ ਸ਼ਬਦ ਦਾ ਇਹਨੂੰ ਸਟੀਅਰਿੰਗ ਨਾ ਲਾਇਆ, ਤੇ ਇਹ ਮਨ ਜਿਹੜਾ ਅੰਨ੍ਹੇਵਾਹ ਦੌੜਦਾ ਪਿਆ ਹੈ, ਇਹਨੇ ਤੇਰੀ ਬਰਬਾਦੀ ਕਰਨੀ ਹੈ, ਤੇਰਾ ਨੁਕਸਾਨ ਕਰਨਾ ਹੈ। ਇਹਨੇ ਤੇਰਾ ਸਵਾਰਨਾ ਕੁਝ ਨਹੀਂ, ਬਲਕਿ ਤੈਨੂੰ ਇਹ ਉਜਾੜੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਹਸਤੀ ਕੁੰਡੈ ਬਾਹਰਾ, ਫਿਰ ਉਜੜ ਪਾਈ। ਜਿਹੜੇ ਹਾਥੀ ਦੇ ਮੱਥੇ ਦੇ ਵਿੱਚ ਕੁੰਡਾ ਨਹੀਂ ਪਾਇਆ ਉਹ ਫਿਰ ਉਜਾੜ ਸਕਦਾ ਹੈ, ਬਰਬਾਦ ਕਰ ਸਕਦਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਜੇ ਮਹਾਵਤ ਨੇ ਹਾਥੀ ਨੂੰ ਪਾਲਣਾ ਹੈ ਤੇ ਉਹਦੇ ਮੱਥੇ ਦੇ ਵਿੱਚ ਕੁੰਡਾ ਹੋਵੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜੇ ਆਪਣੇ ਮਨ ਰੂਪੀ ਸਾਧਨ ਦੇ ਨਾਲ ਆਪਣੀ ਜੀਵਨ ਦੀ ਮੰਜ਼ਿਲ ਪ੍ਰਾਪਤ ਕਰਨੀ ਹੈ ਤੇ ਇਹਦੇ ਲਈ ਹਸਤੀ ਸਿਰ ਜਿਉ ਅੰਕਸ ਹੈ। ਜਿਵੇਂ ਹਾਥੀ ਦੇ ਮੱਥੇ ਦੇ ਵਿੱਚ ਕੁੰਡਾ ਹੈ, ਇਸੇ ਤਰ੍ਹਾਂ ਤੇਰੇ ਮਨ ਰੂਪੀ ਹਾਥੀ ਦੇ ਮੱਥੇ ਦੇ ਵਿੱਚ ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦਾ ਕੁੰਡਾ ਹੋਣਾ ਚਾਹੀਦਾ ਹੈ। ਫਿਰ ਸਤਿਗੁਰੂ ਦੇ ਸ਼ਬਦ ਦਾ ਕੁੰਡਾ ਜਿਹੜਾ ਹੈ, ਇਹ ਮਨ ਜਿਹੜਾ ਬੁਰਾਈਆਂ ਵਾਲੇ ਪਾਸੇ ਦੌੜਦਾ ਹੈ, ਉਸ ਪਾਸਿਓਂ ਸਤਿਗੁਰੂ ਦੇ ਸ਼ਬਦ ਦਾ ਕੁੰਡਾ ਇਹ ਮਨ ਨੂੰ ਮੋੜਦਾ ਹੈ, ਉਸ ਪਾਸੇ ਵੱਲੋਂ ਮੋੜਦਾ ਹੈ। ਤੇ ਇਸੇ ਕਰਕੇ ਸਤਿਗੁਰੂ ਜੀ ਨੇ ਫਿਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਕੁਝ ਐਸੇ ਬਚਨ ਬਖਸ਼ਿਸ਼ ਕੀਤੇ ਕਿ ਇਹ ਜਦੋਂ ਮਨ ਅੱਖਾਂ ਦੇ ਰਾਹੀਂ ਇਹ ਮੈਲ ਇਕੱਠੀ ਕਰਦਾ ਹੈ, ਪਰਾਏ ਤਨ ਨੂੰ ਦੇਖ ਕੇ, ਪਰਾਏ ਧਨ ਨੂੰ ਦੇਖ ਕੇ ਅੱਖਾਂ ਦੇ ਰਾਹੀਂ ਵਿਸ਼ੇ ਵਿਕਾਰਿਆਂ ਦੀ ਮੈਲ ਇਕੱਠੀ ਕਰਦਾ ਹੈ, ਫਿਰ ਸਤਿਗੁਰੂ ਦੇ ਸ਼ਬਦ ਦਾ ਜਦੋਂ ਕੁੰਡਾ ਇਸ ਮਨ ਨੂੰ ਪਿਆ ਹੋਏਗਾ, ਫਿਰ ਇਸ ਦੇ ਨਾਲ ਇਹ ਮਨ ਨੂੰ ਅਸੀਂ ਸਮਝਾ ਸਕਾਂਗੇ ਕਿ ਇਹ ਨੇਤਰੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਜਦੋਂ ਇਹ ਕੰਨਾਂ ਦੇ ਰਾਹੀਂ ਸੁਣ ਕੇ, ਨਿੰਦਿਆ ਸੁਣ ਕੇ, ਚੁਗਲੀ ਸੁਣ ਕੇ, ਵਿਸ਼ੇ ਵਿਕਾਰਾਂ ਵਾਲੇ ਗੀਤ ਸੁਣ ਕੇ, ਧੁਨਾਂ ਸੁਣ ਕੇ ਇਹ ਮੈਲ ਇਕੱਠੀ ਕਰਦਾ ਹੈ, ਪਾਪਾਂ ਦੀ ਮੈਲ ਇਕੱਠੀ ਕਰਦਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਇਸ ਮਨ ਨੂੰ ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦਾ ਕੁੰਡਾ
ਇਸ ਤਰ੍ਹਾਂ ਸਮਝਾ ਕੇ ਮੋੜੇਗਾ ਕਿ ਇਹ ਸਰਵਣੋ ਮੇਰਿਓ ਸਾਚੈ ਸੁਨਣੈ ਨੂੰ ਪਠਾਏ, ਸਾਚੈ ਸੁਨਣੈ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਤੇ ਜਦੋਂ ਇਹ ਮਨ ਕਿਤੇ ਜੀਭ ਦੇ ਸਵਾਦਾਂ ਦੇ ਵਿੱਚ ਫਸ ਕੇ ਵੰਨ ਸਵੰਨੇ ਪਦਾਰਥਾਂ ਦੇ ਚਸਕਿਆਂ ਨੂੰ ਮਾਨਣ ਦੇ ਵਿੱਚ ਖਚਿਤ ਹੁੰਦਾ ਹੈ, ਤੇ ਫਿਰ ਗੁਰੂ ਦੇ ਗਿਆਨ ਦਾ ਕੁੰਡਾ ਇਹ ਆਖਦਾ ਹੈ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੂਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਈ। ਇਹ ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦਾ ਕੁੰਡਾ ਹੈ। ਸਾਡੇ ਮਨ ਦੇ ਵਾਸਤੇ ਇਹਨੂੰ ਵਿਸ਼ਿਆਂ ਵਾਲੇ, ਵਾਸ਼ਨਾਵਾਂ ਵਾਲੇ, ਵਿਕਾਰਾਂ ਵਾਲੇ ਪਾਸੇ ਜਾਣ ਤੋਂ ਇਹਨੂੰ ਮੋੜਨ ਦੇ ਵਾਸਤੇ, ਉਜਾੜੇ ਵਾਲੇ ਪਾਸੇ, ਬਰਬਾਦੀ ਵਾਲੇ ਪਾਸੇ ਜਾਣ ਤੋਂ ਮੋੜਨ ਦੇ ਲਈ ਇਹ ਗੁਰੂ ਦੇ ਗਿਆਨ ਦਾ ਕੁੰਡਾ ਹੈ। ਜਦੋਂ ਇਹ ਲਾਲਚ ਦੇ ਵਿੱਚ ਫਸ ਕੇ ਵੱਧ ਤੋਂ ਵੱਧ ਧਨ ਪਦਾਰਥ ਜਮ੍ਹਾਂ ਕਰਨ ਦੇ ਬਾਰੇ ਸੋਚਦਾ ਹੈ, ਫਿਰ ਕਿਰਤ ਕਰਦਿਆਂ ਝੂਠ ਬੋਲਦਾ ਹੈ, ਬੇਈਮਾਨੀ ਕਰਦਾ ਹੈ, ਵਲ ਛਲ ਕਰਦਾ ਹੈ, ਫਿਰ ਗੁਰੂ ਦੇ ਗਿਆਨ ਦਾ ਕੁੰਡਾ ਇਹਨੂੰ ਸਮਝਾਉਂਦਾ ਹੈ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇੜਾ ਤੇਰੇ ਜੀ ਪਹਿ ਲੀਜੈ। ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਤਿਗੁਰੂ ਦੇ ਸ਼ਬਦ ਦਾ ਅੰਕਸ, ਸਤਿਗੁਰੂ ਦੇ ਸ਼ਬਦ ਦਾ ਕੁੰਡਾ ਇਸ ਮਨ ਰੂਪੀ ਹਾਥੀ ਨੂੰ ਪਾਉਣਾ ਪਏਗਾ। ਜਿਵੇਂ ਵੱਡੇ ਤੋਂ ਵੱਡਾ, ਤਕੜੇ ਤੋਂ ਤਕੜਾ, ਬਲਵਾਨ ਹਾਥੀ ਵੀ ਮਹਾਵਤ ਦੇ ਕਾਬੂ ਦੇ ਵਿੱਚ ਆ ਜਾਂਦਾ ਹੈ, ਇਸੇ ਤਰ੍ਹਾਂ ਇਸ ਬੇਕਾਬੂ ਮਨ ਨੂੰ ਸਤਿਗੁਰੂ ਮਹਾਵਤੀ ਆਪਣੇ ਸ਼ਬਦ ਦੇ ਕੁੰਡੇ ਦੇ ਨਾਲ ਕਾਬੂ ਦੇ ਵਿੱਚ ਕਰੇਗਾ।